Hello student, good morning. Today our topic is Introduction to Linux. Linux ਬਾਰੇ जो ਚੈਪਟਰ ਆਪਣਾ ਉਹ ਸਟਾਰਟ ਹੋ ਰਿਹਾ। ਇਸ ਤੋਂ ਪਹਿਲਾਂ ਅਸੀਂ ਵਿੰਡੋ ਬਾਰੇ ਰੀਡ ਆਊਟ ਕੀਤਾ ਸੀ ਕਿ ਵਿੰਡੋਜ਼ ਦੇ ਕਿਹੜੀਆਂ ਮਤਲਬ ਮੇਨ ਪਾਰਟਸ ਹੁੰਦੇ ਆ, ਫੰਕਸ਼ਨਸ ਕੀ ਹੁੰਦੇ ਵਿੰਡੋਜ਼ ਦੇ। ਵਿੰਡੋ ਇਜ਼ ਐਨ ਆਪਰੇਟਿੰਗ ਸਿਸਟਮ। Linux is also ਐਨ ਆਪਰੇਟਿੰਗ ਸਿਸਟਮ। ਲਾਈਨੈਕਸ ਵੀ ਇੱਕ ਆਪਰੇਟਿੰਗ ਸਿਸਟਮ ਦੀ ਟਾਈਪ ਆ। ਮਤਲਬ ਜਿਵੇਂ ਵਿੰਡੋਜ਼ ਨੇ ਉਹ ਵੀ ਆਪਰੇਟਿੰਗ ਸਿਸਟਮ ਹੀ ਆ, ਠੀਕ ਹੈ ਜੀ। ਜੋ ਲੇਟੈਸਟ ਜੋ ਆਪਣੇ ਪੀਸੀਜ਼ ਵਗੈਰਾ ਲੈਪਟੋਪਸ ਦੇ ਵਿੱਚ ਚੱਲ ਰਹੀਆਂ ਨੇ ਉਹ ਵਿੰਡੋਜ਼ ਚੱਲ ਰਹੀਆਂ ਨੇ, ਬਟ ਜੋ ਲਾਈਨੈਕਸ ਦਾ ਲਾਈਨੈਕਸ ਵੀ ਇੱਕ ਆਪਰੇਟਿੰਗ ਸਿਸਟਮ ਦੀ ਟਾਈਪ ਹੈ। ਜ਼ਿਆਦਾਤਰ ਮਤਲਬ ਇਹ ਲੈਬਸ ਵਗੈਰਾ ਵਿੱਚ ਯੂਜ਼ ਕੀਤਾ ਜਾਂਦਾ ਹੈ ਲਾਈਨੈਕਸ ਆਪਰੇਟਿੰਗ ਸਿਸਟਮ। ਤਾਂ ਵਿੰਡੋਜ਼ ਤੋਂ ਵੀ ਪਹਿਲਾਂ ਜੋ ਇਨਵੈਂਟ ਹੋਏ ਸੀਗੇ ਉਹ ਲਾਈਨੈਕਸ ਜਾਂ ਫਿਰ ਯੂਨਿਕਸ, ਅਲੱਗ-ਅਲੱਗ ਕਾਫੀ ਤਰ੍ਹਾਂ ਦੇ ਆਪਰੇਟਿੰਗ ਸਿਸਟਮਸ ਆ ਚੁੱਕੇ ਨੇ। ਸੋ ਲਾਈਨੈਕਸ ਬਾਰੇ ਆਪਾਂ ਨੇ ਜੋ ਤੁਹਾਡੇ ਸਿਲੇਬਸ ਦੇ ਵਿੱਚ ਹੈ ਲਾਈਨੈਕਸ ਦੀ ਇੰਟਰੋਡਕਸ਼ਨਸ ਜਾਂ ਦੇ ਕਮਾਂਡਸ ਵਗੈਰਾ ਕੁਛ ਹੈਗੀਆਂ ਨੇ, ਫੰਕਸ਼ਨਸ ਕੀ ਨੇ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਾਂਗੇ। ਸੋ ਲਾਈਨੈਕਸ ਹੈ ਕੀ? Introduction. Linux is freely distributed multitasking multi-user operating system that behaves like Unix. Linux freely distributed मतलब ਇਹ ਹੁੰਦਾ ਕਿ ਤੁਸੀਂ ਕਿਤੋਂ ਵੀ ਆਨਲਾਈਨ ਇਹਨੂੰ ਮਤਲਬ ਤੁਸੀਂ ਪਰਚੇਸ ਕਰ ਸਕਦੇ ਹੋ ਜਾਂ ਫਿਰ ਆਨਲਾਈਨ ਡਾਊਨਲੋਡ ਕਰ ਸਕਦੇ ਹੋ ਸੈਟਅਪ Linux ਦਾ, ਤਾਂ ਤੁਹਾਨੂੰ ਫ੍ਰੀ ਮਿਲ ਜਾਂਦਾ ਗਾ। ਐਂਡ ਇਹ ਮਲਟੀਟਾਸਕਿੰਗ ਆ, ਜੋ ਆਪਾਂ ਟਾਈਪਸ ਕੀਤੀਆਂ ਸੀ ਆਪਰੇਟਿੰਗ ਸਿਸਟਮ ਦੀਆਂ, ਮਲਟੀਟਾਸਕਿੰਗ ਵੀ ਆ ਤੇ ਮਲਟੀ ਯੂਜ਼ਰ ਵੀ ਆ, ਠੀਕ ਹੈ। ਇੱਕ ਤਰ੍ਹਾਂ ਦਾ ਮਲਟੀਟਾਸਕਿੰਗ ਦੇ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਆ ਜਿਹੜਾ ਕਿ ਕਾਫੀ ਹੱਦ ਤੱਕ ਯੂਨਿਕਸ ਦੀ ਤਰ੍ਹਾਂ ਬਿਹੇਵ ਕਰਦਾ। ਯੂਨਿਕਸ ਵੀ ਇੱਕ ਆਪਰੇਟਿੰਗ ਸਿਸਟਮ ਆ ਯੂਨਿਕਸ ਦੀ ਤਰ੍ਹਾਂ ਹੀ। ਯੂਨਿਕਸ ਦੇ ਵਿੱਚ ਵੀ ਅਸੀਂ ਕਮਾਂਡ ਪ੍ਰੋਮਟ ਦੇ ਉੱਪਰ ਕਮਾਂਡ ਰਨ ਕਰਕੇ ਇਹ ਆਪਣੇ ਜੋ ਐਕਸ਼ਨਸ ਨੇ ਜਾਂ ਆਪਣੀ ਫੰਕਸ਼ਨਸ ਨੇ ਉਹ ਪਰਫੋਰਮ ਕਰਦੇ ਸੀਗੇ, ਤੇ ਲਾਈਨੈਕਸ ਦੇ ਵਿੱਚ ਵੀ ਸੇਮ ਚੀਜ਼ ਹੀ ਆ। Linux was originally developed by Finnish student Linus Torvalds in 1998 at AT&T Laboratories USA. Linux ਨੂੰ ਸਭ ਤੋਂ ਪਹਿਲਾਂ ਜਿਹਨੇ ਡਿਵੈਲਪ ਕੀਤਾ ਸੀ ਉਹ ਕੋਈ ਸਟੂਡੈਂਟ ਸੀਗਾ, ਠੀਕ ਹੈ ਜੀ। ਉਹਦਾ ਨਾਮ ਕੀ ਸੀ? ਲਿਨਸ ਟੋਰਵੈਲਡਸ, ਜਿਹਨੇ 1991 ਦੇ ਵਿੱਚ ਇਹਨੂੰ ਡਿਵੈਲਪ ਕੀਤਾ ਸੀ। ਇਹ ਕਿੱਥੇ ਕੀਤਾ ਸੀ? AT&T ਲੈਬੋਰੇਟਰੀ ਦੇ ਵਿੱਚ ਕੀਤਾ ਸੀਗਾ, USA ਦੀ AT&T ਲੈਬ ਦੇ ਵਿੱਚ ਇਹਨੂੰ ਕੀ ਕੀਤਾ ਸੀਗਾ? ਡਿਵੈਲਪ ਕੀਤਾ ਸੀਗਾ। Today Linux is the best known and most used open source operating system। ਜੋ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਮੋਸਟ ਓਪਨ ਸੋਰਸ ਦੇ ਤੌਰ ਤੇ ਯੂਜ਼ ਕਰਨ ਵਾਲਾ ਆਪਰੇਟਿੰਗ ਸਿਸਟਮ ਹੈ, ਯੂਜ਼ ਕੀਤਾ ਜਾਣ ਵਾਲਾ ਜਾਂ ਸਭ ਤੋਂ ਜ਼ਿਆਦਾ ਜਾਣੇ ਪਹਿਚਾਨਿਆ ਆਪਰੇਟਿੰਗ ਸਿਸਟਮ ਹੈ ਉਹ ਲਾਈਨੈਕਸ ਹੀ ਹੈ। ਇਟ ਇਜ਼ ਓਪਨ ਸੋਰਸ ਐਜ਼ ਇਟਸ ਸੋਰਸ ਕੋਡ ਇਜ਼ ਫ੍ਰੀਲੀ ਓਪਨ। ਇਹਦਾ ਓਪਨ ਸੋਰਸ ਅਸੀਂ ਇਹਨੂੰ ਇਸ ਕਰਕੇ ਕਹਿੰਦੇ ਕਿਉਂਕਿ ਜੋ ਇਹਦਾ ਸੋਰਸ ਕੋਡ ਆ, ਠੀਕ ਹੈ, ਉਹ ਫ੍ਰੀਲੀ ਅਵੇਲੇਬਲ ਆ। ਤੁਸੀਂ ਆਨਲਾਈਨ ਕਿਤੋਂ ਵੀ ਦੇਖ ਸਕਦੇ ਹੋ, ਕਿਤੋਂ ਵੀ ਤੁਸੀਂ ਇਹਨੂੰ ਕਿ ਫ੍ਰੀ ਮਤਲਬ ਫ੍ਰੀ ਬਿਨਾਂ ਚਾਰਜਸ ਤੋਂ ਸੋਰਸ ਕੋਡ ਦਾ ਤੁਸੀਂ ਲੈ ਸਕਦੇ ਹੋ, ਆਪਣੇ ਪੀਸੀ ਦੇ ਉੱਪਰ ਇਹਨੂੰ ਰਨ ਕਰ ਸਕਦੇ ਹੋ। ਇਟ ਇਜ਼ ਫ੍ਰੀ ਟੂ ਯੂਜ਼ ਕਰਨ ਲਈ ਵੀ ਇਹ ਫ੍ਰੀ ਆ ਐਜ਼ ਐਨ ਓਪਨ ਆਪਰੇਟਿੰਗ ਸਿਸਟਮ। ਓਪਨ ਦਾ ਮਤਲਬ ਇਹ ਆ ਲਾਈਨੈਕਸ ਇਜ਼ ਡਿਵੈਲਪਡ collaboratively meaning no one company is solely responsible for its development or ongoing support। ਇਹਦਾ ਮਤਲਬ ਇਹ ਹੈ ਕਿ ਓਪਨ ਇਸ ਕਰਕੇ ਕਿ ਕੋਈ ਇੱਕ ਕੰਪਨੀ ਨਹੀਂ ਹੈ ਜਿਹੜੀ ਰਿਸਪੋਂਸਿਬਿਲਿਟੀ ਲੈ ਰਹੀ ਹੈ ਕਿ ਇਹਨੇ ਮਤਲਬ ਉਸ ਕੰਪਨੀ ਨੇ ਇਹਨੂੰ ਡਿਵੈਲਪ ਕੀਤਾ। ਇਹ ਕਿ ਓਪਨ ਹੀ ਆ, ਮਤਲਬ ਕਿ ਜੋ ਸਟੂਡੈਂਟ ਨੇ ਕੀਤਾ ਸੀਗਾ ਤਾਂ ਉਹਨਾਂ ਨੇ ਇਹਨੂੰ ਓਪਨ ਹੀ ਰੱਖਿਆ ਹੈ, ਕੋਈ ਕੰਪਨੀ ਦੇ ਕਿਸੇ ਕੰਪਨੀ ਦੇ ਅੰਡਰ ਨਹੀਂ ਹੈ, ਮਤਲਬ ਕਿ ਜੋ ਵੀ ਹੈਗਾ। ਲਾਈਨੈਕਸ ਇਜ਼ ਕ੍ਰੋਸ ਪਲੇਟਫਾਰਮ ਆਪਰੇਟਿੰਗ ਸਿਸਟਮ based on Unix that can be installed on PC, laptops, notebooks, mobile, tablet devices। ਇਹ ਕਿਸੇ ਵੀ ਪਲੇਟਫਾਰਮ ਤੇ ਰਨ ਹੋ ਸਕਦਾ, ਠੀਕ ਹੈ, ਜਿਵੇਂ ਚਾਹੇ PC ਆ, ਲੈਪਟੋਪਸ ਹੋ ਗਏ, ਨੋਟਬੁੱਕਸ ਹੋ ਗਈਆਂ, ਨੈਟਬੁੱਕਸ ਹੋ ਗਈਆਂ, ਮੋਬਾਇਲਸ ਹੋ ਗਏ, ਟੈਬਲੇਟਸ ਹੋ ਗਏ, ਕਿਤੇ ਵੀ ਇਹਨਾਂ ਨੂੰ ਈਜ਼ਲੀ ਆਪਰੇਟਿੰਗ ਸਿਸਟਮ ਨੂੰ ਇੰਸਟਾਲ ਕੀਤਾ ਜਾ ਸਕਦਾ। Unlike Windows and other properties operating system, Linux is publicly open and extendable by contributors। ਜਿਵੇਂ Windows ਹੋ ਗਏ ਜਾਂ ਫਿਰ ਹੋਰ operating systems ਨੇ ਉਹਨਾਂ ਤੋਂ ਬਿਲਕੁਲ ਅਲੱਗ ਆ, ਇਹਨੂੰ publicly ਇਹ open ਆ। ਪਬਲਿਕ ਦੇ ਲਈ ਮਤਲਬ ਕਿ ਜੋ users ਇਹਨੂੰ easily ਮਤਲਬ ਕੀ ਕਰ ਸਕਦੇ ਆ, ਕਿਤੋਂ ਵੀ ਡਾਊਨਲੋਡ ਕਰ ਸਕਦੇ ਆ, ਇੰਸਟਾਲ ਕਰ ਸਕਦੇ ਆ, ਤੇ ਇਹਨਾਂ ਦਾ ਕੋਈ ਕੰਟਰੀਬਿਊਟਰ ਨਹੀਂ ਹੈ, ਠੀਕ ਹੈ ਜੀ। ਐਕਸਟੈਂਡੇਬਲ ਕੰਟਰੀਬਿਊਟਰ ਆ, ਜਿਵੇਂ ਇਹਨੂੰ ਯੂਜ਼ ਕਰੀ ਜਾਂਦੇ ਆ, ਕੰਟਰੀਬਿਊਟਰਸ ਵਧੀਆ ਜਾਂਦੇ ਤੇ। ਫੀਚਰਸ ਆਫ ਲਾਈਨੈਕਸ ਦੇ ਕੀ ਫੀਚਰਸ ਨੇ? ਸਭ ਤੋਂ ਪਹਿਲੀ ਫੀਚਰ ਹੈਗੀ ਆ ਬਹੁਤ ਜ਼ਿਆਦਾ ਫਾਸਟ ਆਪਰੇਟਿੰਗ ਸਿਸਟਮ ਆ, ਫਾਸਟ ਆ, ਫ੍ਰੀ ਆ, ਠੀਕ ਹੈ, ਕੋਈ
ਜੇ ਤੁਸੀਂ ਜੈਨੂਅਨ ਵੀ ਮਤਲਬ ਜਿਵੇਂ ਜੈਨੂਅਨ ਵਿੰਡੋ ਅਸੀਂ ਪਰਚੇਸ ਕਰਦੇ ਹਾਂ, ਜੈਨੂਅਨ ਮਤਲਬ ਓਰੀਜਨਲ ਵਿੰਡੋ ਪਰਚੇਸ ਕਰਦੇ ਹਾਂ ਤਾਂ ਸਾਨੂੰ ਕੁਛ ਪੇ ਕਰਨਾ ਪੈਂਦਾ ਗਾ। ਤਾਂ ਲਾਈਨੈਕਸ ਨੂੰ ਜੇ ਤੁਸੀਂ ਮਤਲਬ ਜੈਨੂਅਨ ਲਾਈਨੈਕਸ ਵੀ ਤੁਸੀਂ ਕਰਦੇ ਹੋ ਤਾਂ ਉਹਦੇ ਵਾਸਤੇ ਉਹ ਵੀ ਫ੍ਰੀ ਹੋਏਗਾ। ਫਾਸਟ ਆ, ਫ੍ਰੀ ਐਂਡ ਈਜ਼ੀ ਟੂ ਯੂਜ਼ ਆ, ਯੂਜ਼ ਕਰਨਾ ਈਜ਼ੀ ਆ। ਲਾਈਨੈਕਸ ਸਪੋਰਟ ਮਲਟੀਟਾਸਕਿੰਗ ਨੂੰ ਸਪੋਰਟ ਕਰਦਾ, ਇੱਕ ਟਾਈਮ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮ ਰਨ ਕੀਤੇ ਜਾ ਸਕਦੇ ਆ। ਲਾਈਨੈਕਸ ਇਜ਼ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਆ, ਮਲਟੀਪਲ ਯੂਜ਼ਰ ਜਿਹੜੇ ਕੈਨ ਐਕਸੈਸ ਸਿਸਟਮ ਰਿਸੋਰਸਿਸ ਲਾਈਕ ਮੈਮਰੀ, ਹਾਰਡ ਡਿਸਕ, ਐਪਲੀਕੇਸ਼ਨ ਪ੍ਰੋਗਰਾਮ ਐਟ ਦਾ ਸੇਮ ਟਾਈਮ। ਮਲਟੀ ਯੂਜ਼ਰ ਜਿਹੜੇ ਹੈਗੇ ਨੇ ਉਹ ਇੱਕ ਟਾਈਮ ਦੇ ਉੱਪਰ ਇਹਦੇ ਸਾਰੇ ਮਤਲਬ ਆਪਰੇਟਿੰਗ ਸਿਸਟਮ ਦੇ ਜੋ ਰਿਸੋਰਸਿਸ ਨੇ ਉਹ ਮੈਮਰੀ ਹੋ ਗਿਆ, ਹਾਰਡ ਸਿਸਟਮ ਦੇ ਰਿਸੋਰਸਿਸ ਨੇ ਮਤਲਬ PC ਦੇ ਰਿਸੋਰਸਿਸ ਨੇ ਇਸ ਲਾਈਨੈਕਸ ਦੀ ਹੈਲਪ ਨਾਲ ਮੈਮਰੀ, ਹਾਰਡ ਡਿਸਕ ਹੋ ਗਈ, ਜਿਵੇਂ ਐਪਲੀਕੇਸ਼ਨਸ ਉਹਨਾਂ ਨੂੰ ਬਹੁਤ ਸਾਰੇ ਯੂਜ਼ਰਸ ਇੱਕ ਟਾਈਮ ਦੇ ਉੱਪਰ ਯੂਜ਼ ਕਰ ਸਕਦੇ ਆ। ਐਡੀਸ਼ਨਲ ਪ੍ਰੋਵੀਜ਼ਨਸ ਲਾਈਕ ਮਲਟੀ ਪ੍ਰੋਸੈਸਿੰਗ ਵੀ ਹੈ, ਇਹ ਗ੍ਰਾਫਿਕਲ ਕੈਪੇਬਿਲਿਟੀਜ਼ ਵੀ ਇਹਦੇ ਵਿੱਚ ਹੈਗੀਆਂ ਨੇ, ਆਰ ਵੈਲ ਇੰਟੀਗ੍ਰੇਟਡ ਇਨਟੂ ਲਾਈਨੈਕਸ। ਲਾਈਨੈਕਸ ਇਜ਼ ਫ੍ਰੀ ਫਰੋਮ ਡਿਸਟ੍ਰੀਬਿਊਸ਼ਨ ਰਿਸਟ੍ਰਿਕਸ਼ਨਸ, ਇਹਦੀ ਕੋਈ ਮਤਲਬ ਇਹ ਫ੍ਰੀ ਹੈ ਡਿਸਟ੍ਰੀਬਿਊਸ਼ਨ, ਇਹਦੇ ਉੱਤੇ ਕੋਈ ਜਿਵੇਂ ਹੁਣ ਡਿਸਟ੍ਰੀਬਿਊਟ ਹੁੰਦਾ ਗਾ ਇੱਕ ਬਣਿਆ ਹੁੰਦਾ ਨਾ ਪੈਟਰਨ ਬਣਿਆ ਹੁੰਦਾ ਕਿ ਕੋਈ ਮਤਲਬ ਸੋਫਟਵੇਅਰ ਆਇਆ ਗਾ ਮਾਰਕੀਟ ਦੇ ਵਿੱਚ ਤਾਂ ਉਹਨੂੰ ਡਿਸਟ੍ਰੀਬਿਊਸ਼ਨ ਵਾਸਤੇ ਕੰਪਨੀਜ਼ ਦੀ ਅੱਗੇ ਦੀ ਅੱਗੇ ਉਹ ਡਿਸਟ੍ਰੀਬਿਊਟ ਕਰਦੀਆਂ ਨੇ, ਪੇ ਮਤਲਬ ਉਹਨਾਂ ਨੂੰ ਉਹ ਸੋਫਟਵੇਅਰਸ ਲੈਣ ਲਈ ਸਾਨੂੰ ਪੇ ਕਰਨਾ ਪੈਂਦਾ, ਠੀਕ ਹੈ। ਤਾਂ ਇੱਦਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਇਹ ਸਭ ਦੇ ਲਈ ਫ੍ਰੀ ਆ। ਸੋਰਸ ਕੋਡ ਜਿਹੜਾ ਜੋ ਵੀ ਦਾ ਹੈ ਉਹ ਅਵੇਲੇਬਲ ਫ੍ਰੀ ਫॉर ਡਾਊਨਲੋਡਸ and making changes to create a new version for self users or further distributions। ਜੋ ਉਹਦਾ ਸੋਰਸ ਕੋਡ ਆ ਉਹ ਆਨਲਾਈਨ ਫ੍ਰੀ ਪਿਆ, ਡਾਊਨਲੋਡ ਤੁਸੀਂ ਕਰ ਸਕਦੇ ਹੋ। ਜੇ ਤੁਸੀਂ ਉਹਦੇ ਮਤਲਬ ਵਰਜ਼ਨ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਸੈਲਫ ਮਤਲਬ ਚੇਂਜਸ ਕਰ ਸਕਦੇ ਹੋ। ਲਾਈਨੈਕਸ ਪ੍ਰੋਵਾਈਡ ਏ ਸਪੈਸ਼ਲ ਇੰਟਰਪ੍ਰੈਟਰ ਪ੍ਰੋਗਰਾਮ ਸ਼ੈਲ, ਇਹਦੇ ਵਿੱਚ ਇੱਕ ਇੰਟਰਪ੍ਰੈਟਰ ਹੁੰਦਾ ਜਿਹਨੂੰ ਅਸੀਂ ਸ਼ੈਲ ਕਹਿੰਦੇ ਹਾਂ, ਵਿਚ ਕੈਨ ਬੀ ਯੂਜ਼ ਟੂ ਐਗਜ਼ੀਕਿਊਟ ਕਮਾਂਡ ਆਫ ਆਪਰੇਟਿੰਗ ਸਿਸਟਮ, ਜਿਹੜੀਆਂ ਕਿ ਕਮਾਂਡ ਜਿਹੜੀਆਂ ਆਪਰੇਟਿੰਗ ਸਿਸਟਮ ਦੀਆਂ ਇਹਨਾਂ ਨੂੰ ਪਰਫੋਰਮ ਕਰਨ ਦੇ ਵਿੱਚ ਹੈਲਪ ਕਰਦਾ। ਲਾਈਨੈਕਸ ਇਜ਼ ਵਨ ਆਫ ਦਾ ਮੋਸਟ ਸਿਕਿਉਰ ਆਪਰੇਟਿੰਗ ਸਿਸਟਮ, ਸਭ ਤੋਂ ਜ਼ਿਆਦਾ ਮਤਲਬ ਮੋਸਟ ਸਿਕਿਉਰ ਸਿਸਟਮ ਆ ਇਹ। ਇਟ ਪ੍ਰੋਵਾਈਡ ਆਪਰੇਟਿੰਗ ਸਿਸਟਮ ਆ, ਇਟ ਪ੍ਰੋਵਾਈਡ ਯੂਜ਼ਰ ਸਿਕਿਉਰਿਟੀ ਯੂਜ਼ਿੰਗ ਅਥੈਂਟੀਕੇਸ਼ਨ ਫੀਚਰ ਲਾਈਕ ਪਾਸਵਰਡ ਵਗੈਰਾ ਸੈੱਟ ਕਰਕੇ, ਕੰਟਰੋਲ ਐਕਸੈਸ ਟੂ ਸਪੈਸੀਫਿਕ ਫਾਈਲਸ, ਇਨਕ੍ਰਿਪਸ਼ਨਸ ਆਫ ਡਾਟਾ ਕਰਕੇ, ਮਤਲਬ ਇਹਦੀ ਕੀ ਸਿਕਿਉਰਿਟੀ ਇੰਪਰੂਵ ਕਰਦਾ ਗਾ ਯੂਜ਼ਰਸ ਦੇ ਲਈ। Today, almost all Linux distributors have live CD USB features by which user can run or try the operating system even without installing it on the systems। ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਡਿਸਟਰੀਬਿਊਟਰਸ ਨੇ ਉਹਨਾਂ ਕੋਲੇ CDs ਵਗੈਰਾ ਜੋ ਵਿੱਚ Linux ਹੈ, ਤਾਂ ਸਾਨੂੰ ਮਤਲਬ ਕੋਈ ਇਹ ਨਹੀਂ ਹੈ ਕਿ ਡਾਊਨਲੋਡ ਕਰਕੇ ਆਪਰੇਟਿੰਗ ਸਿਸਟਮ ਇੰਸਟਾਲ ਕਰਨ ਦੀ ਲੋੜ ਹੈਗੀ ਆ, ਉਹ ਸਿੱਧਾ ਡਾਇਰੈਕਟ ਵੀ ਇਹਨਾਂ ਤੋਂ CDs ਵਗੈਰਾ ਲੈ ਕੇ ਡਾਊਨਲੋਡ ਇੰਸਟਾਲ ਕਰ ਸਕਦੇ ਆ। Linux is used worldwide and hence available in multiple languages ਦੇ ਵਿੱਚ ਆ ਰਹੇਗਾ, ਠੀਕ ਹੈ। different language ਦੇ ਵਿੱਚ Linux ਬਣਿਆ ਹੈਗਾ। Linux has its own software repository, ਆਪਣੀ ਖੁਦ ਦੀ ਇਹਦੀ ਕੋਲੇ repository ਹੁੰਦਾ storage software storage from where user can download and install thousands of ਐਪਲੀਕੇਸ਼ਨ ਜਸਟ ਬਾਈ ਇਸ਼ੂਇੰਗ ਏ ਕਮਾਂਡ ਇਨ ਲਾਈਨੈਕਸ ਟਰਮੀਨਲ ਔਰ ਸੈਲ। ਤਾਂ ਇਹਦੇ ਵਿੱਚ ਜੋ ਵੀ ਯੂਜ਼ਰਸ ਨੇ ਉਹ ਥਾਊਜ਼ੈਂਡਸ ਐਪਲੀਕੇਸ਼ਨਸ ਜੋ ਇਹਦੀਆਂ ਹੈਗੀਆਂ ਨੇ ਉਹਨਾਂ ਨੂੰ ਇੰਸਟਾਲ ਕਰ ਸਕਦੇ ਸਿਰਫ ਇੱਕ ਕਮਾਂਡ ਇਸ਼ੂ ਕਰਕੇ, ਠੀਕ ਹੈ। ਉਹ ਕਮਾਂਡ ਦਾ ਨਾਮ ਕੀ ਹੈ? ਲਾਈਨੈਕਸ ਟਰਮੀਨਲ ਔਰ ਸੈਲ। ਲਾਈਨੈਕਸ ਇਜ਼ ਪੋਰਟੇਬਲ ਆਪਰੇਟਿੰਗ ਸਿਸਟਮ, ਇਹ ਇੱਕ ਪੋਰਟੇਬਲ ਆਪਰੇਟਿੰਗ ਸਿਸਟਮ ਆ, ਮਤਲਬ ਕਿਸੇ ਵੀ ਪਲੇਟਫਾਰਮ ਦੇ ਉੱਪਰ ਈਜ਼ਲੀ ਇਹ ਰਨ ਕੀਤਾ ਜਾ ਸਕਦਾ। ਪੋਰਟੇਬਿਲਿਟੀ ਮੀਨਸ ਲਾਈਨੈਕਸ ਐਂਡ ਇਟਸ ਐਪਲੀਕੇਸ਼ਨ ਪ੍ਰੋਗਰਾਮਸ ਕੈਨ ਵਰਕ ਔਨ ਡਿਫਰੈਂਟ ਟਾਈਪਸ ਆਫ ਹਾਰਡਵੇਅਰ ਇਨ ਸੇਮ ਵੇ। ਸਭ ਤਰ੍ਹਾਂ ਦੇ ਹਾਰਡਵੇਅਰਸ ਦੇ ਉੱਪਰ, ਹਰੇਕ ਤਰ੍ਹਾਂ ਦੇ ਸਿਸਟਮ ਦੇ ਉੱਪਰ ਕੀ ਇਹ ਰਨ ਹੋ ਸਕਦਾ ਗਾ। ਲਾਈਨੈਕਸ ਸਪੋਰਟਸ ਹਾਇਰਾਰਕੀਕਲ ਫਾਈਲ ਸਿਸਟਮ ਨੂੰ ਸਪੋਰਟ ਕਰਦਾ। ਹਾਇਰਾਰਕੀਕਲ ਮਤਲਬ ਹਾਇਰਾਰਕੀ ਦੇ ਵਿੱਚ ਕੀ ਹੁੰਦੀਆਂ ਨੇ? ਫਾਈਲਸ ਹੁੰਦੀਆਂ ਨੇ, ਜੋ ਉਹਦਾ ਸਟਰਕਚਰ ਹੁੰਦਾ ਗਾ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਿਸਟਮ ਫਾਈਲਸ ਹੁੰਦੀਆਂ, ਯੂਜ਼ਰ ਫਾਈਲਸ ਹੁੰਦੀਆਂ ਨੇ, ਉਹ ਪ੍ਰੋਪਰਲੀ ਅਰੇਂਜਡ ਹੁੰਦੀਆਂ ਨੇ ਹਾਇਰਾਰਕੀਕਲ ਫਾਰਮ ਦੇ ਵਿੱਚ। ਲਾਈਨੈਕਸ ਪ੍ਰੋਵਾਈਡਸ ਹਾਈ ਪਰਫੋਰਮੈਂਸ ਔਨ ਵੇਰੀਅਸ ਨੈਟਵਰਕ, ਇਹਦੀ ਪਰਫੋਰਮੈਂਸ ਹਾਈ ਹੁੰਦੀ ਹੈ। ਇਟ ਹੈਜ਼ ਦਾ ਐਬਿਲਿਟੀ ਟੂ ਹੈਂਡਲ ਲਾਰਜ ਨੰਬਰ ਆਫ ਯੂਜ਼ਰਸ ਸਾਈਮਲਟੇਨੀਅਸਲੀ, ਇੱਕੋ ਟਾਈਮ ਦੇ ਉੱਪਰ ਬਹੁਤ ਸਾਰੇ ਯੂਜ਼ਰਸ ਨੂੰ ਹੈਂਡਲ ਕਰ ਸਕਦਾ ਗਾ, ਮਤਲਬ ਕਿ ਉਹਨਾਂ ਨੂੰ ਉਹ ਐਕਸੈਸ ਕਰ ਸਕਦੀ ਹੈ ਇਹਦੀ ਜੋ ਵੀ ਹੈ। ਲਾਈਨੈਕਸ ਇਜ਼ ਵੈਰੀ ਫਲੈਕਸੀਬਲ ਆ, ਠੀਕ ਹੈ ਜੀ। ਲਾਈਨੈਕਸ ਕੈਨ ਬੀ ਯੂਜ਼ਡ ਫॉर ਹਾਈ ਪਰਫੋਰਮੈਂਸ ਸਰਵਰ application, desktop applications and embedded systems. You can install only a needed component for a particular use. Linux architectures, next ਹੈ ਜੀ Linux architectures। ਇਹਦਾ ਆਰਕੀਟੈਕਚਰ ਕਿੱਦਾਂ ਦਾ Linux ਦਾ?
To understand how Linux works, किमें काम करता है, you need to understand its architecture. So उनके वास्ते architecture देखना पड़ेगा कि काम किमें करता है. The Linux operating system is made up of several major components. बहुत सारे component parts ने जिन्हें तो ये बनता है. These components include केड़े-केड़े components ने hardware है, kernel, shell and application programs ने. ਤਾਂ ਇਹਦਾ ਕੀ ਬਣਿਆ ਹੈਗਾ आर्कीटैक्चर ਤਾਂ ਇਹਦੇ ਵਿੱਚ ਇੱਥੇ ਹਾਰਡਵੇਅਰਸ ਨੇ ਜਿਹੜੇ ਇਹਨੂੰ ਸਪੋਰਟ ਕਰਦੇ ਆ ਇਸ ਆਪਰੇਟਿੰਗ ਸਿਸਟਮ ਨੂੰ ਮਤਲਬ ਕਿ ਇਹਦਾ ਨਾਮ ਕੀ ਆ ਲਾਈਨੈਕਸ ਕਰਨਲ ਇੱਕ ਪਾਰਟ ਹੈ ਇੱਕ ਸ਼ੈਲ ਦਾ ਪਾਰਟ ਹੈ ਇੱਕ ਦੇ ਟੂਲਸ ਐਂਡ ਐਪਲੀਕੇਸ਼ਨਸ ਜੋ ਇਹਦੇ ਉੱਤੇ ਪਰਫਾਰਮ ਹੁੰਦੇ ਆ ਐਪਲੀਕੇਸ਼ਨਸ ਹੁੰਦੇ ਜਿਵੇਂ ਪ੍ਰੋਗਰਾਮਸ ਜਾਂ ਐਪਲੀਕੇਸ਼ਨਸ ਡਿਫਰੈਂਟ ਐਪਲੀਕੇਸ਼ਨ ਜੋ ਇਹ ਪਰਫਾਰਮ ਕਰਦਾ ਸਭ ਤੋਂ ਪਹਿਲਾਂ ਜੀ ਹਾਰਡਵੇਅਰ ਆ हार्डवेयर कंसिस्ट ऑफ और पेरिफेरल डिवाइसेस लिंक्ड विद सिस्टम जो सिस्टम के नाल लिंक होंगे जिवें CPU आ प्रिंटर आ स्कैनर आ हार्ड डिस्क आ दीज आर ऑल टाइप्स ऑफ हार्डवेयर तो इनू मतलब की करता है ये एक पार्ट ही आंदा गा कर्नल एक की है बिटल बहुत इंपॉर्टेंट कंपोनेंट आ बिटल मीन्स बहुत ज़्यादा इंपॉर्टेंट कंपोनेंट ऑफ लाइनक्स आ इट इज़ रिस्पॉन्सिबल फॉर ऑल मेजर एक्टिविटीज़ ऑफ दिस ऑपरेटिंग सिस्टम ये जो भी मेजर एक्टिविटीज़ ने वो सारी कर्नल ही हैंडल करता है इट एक्ट एज इंटरफेस बिटवीन यूजर एप्लीकेशन एंड हार्डवेयर इहदा काम की आ यूजर ते हार्डवेयर के विचकार इंटरफेस का काम करना ठीक है जी यूजर ने कोई कमांड दी है तो उन्हें हार्डवेयर ने परफॉर्म करके देनी है पर वो कमांड नू यूजर तो लैके हार्डवेयर तक देने का काम किहदा कर्नल दा द ओनली ऑब्जेक्टिव ऑफ द कर्नल इज टू मैनेज द कम्युनिकेशन बिटवीन द सॉफ्टवेयर एंड द हार्डवेयर जिहड़ा मेन ऑब्जेक्टिव कर्नल दा वो यही आ कि सॉफ्टवेयर्स नू ਜਿਹੜੇ यूजर लैवल एप्लीकेशनस ने उन्होंने हार्डवेयर्स के विचकार कम्युनिकेशन का काम करना तो यह काम सिर्फ मेन जोड़ा है यही है कर्नल के होर भी काम ने कर्नल का काम है मैमरी मैनेज करना सिस्टम की मैमरी मैनेज करना प्रोसैसर्स के टास्क मैनेज करना जो असी सिस्टम देंगे हैं टास्क परफॉर्म करने लिए प्रोसैसर्स करने लिए उन्होंने मैनेज करना एंड डिस्क की मैनेजमेंट करना कर्नल इज रिस्पॉन्सिबल फॉर इंश्योरिंग दैट ऑल सिस्टम एंड यूजर टास्क आर परफॉर्म कंकरेंटली उन्हें रिस्पॉन्सिबिलिटी भी दिया इंश्योर करना कि सिस्टम के जोड़े यूजर्स के टास्क ने वो कनकरेंटली परफॉर्म हो रहे हैं इको टाइम के उपर इको जे मतलब इको लैवल के उपर परफॉर्म हो रहे हैं शैल भी इंपॉर्टेंट पार्ट आ शैल इज इंटरफेस बिटवीन द यूजर एंड द कर्नल एक भी इंटरफेस का काम करता बट ये किहदे विचकार करता यूजर एंड कर्नल दे विचकार करता इट इज़ टर्म्ड एज ए कमांड लाइन इंटरप्रेटर इनू असीं कमांड लाइन इंटरप्रेटर भी बोलते हैं जो असल यूजर ने कमांड देनियां ने ठीक है वो शैल ही लैंदा शैल टेक्स कमांड फ्रॉम यूजर तो कमांड लऊगा एंड एग्जीक्यूट कर्नल्स फंक्शन ते मतलब कि एग्जीक्यूट करवाउंदा कर्नल दे फंक्शनस उस कमांड के अकॉर्डिंग यूजर कैन टाइप कमांड डायरैक्टली इनटू द टर्मिनल ਜਿਹੜੇ यूजर्स ने सीधे डायरैक्ट ਇਹਦੇ ਵਿੱਚ ਅਸੀਂ ਮਾਊਸ ਵਗੈਰਾ ਨਾਲ ਨਹੀਂ ਕੰਮ ਕਰਦੇ ਜਿਵੇਂ ਵਿੰਡੋਜ਼ ਹੁੰਦੀਆਂ ਨੇ ਉਹ 'ਚ ਮਾਊਸ ਹੁੰਦੇ ਆ ਮਾਊਸ ਨਾਲ ਅਸੀਂ GUI ਮਤਲਬ ਉਹਦੇ 'ਤੇ ਬੇਸਡ ਆ GUI ਗ੍ਰਾਫਿਕਲ ਯੂਜ਼ਰ ਇੰਟਰਫੇਸ ਜਿਹੜੀ ਵਿੰਡੋ ਹੁੰਦੀ ਹੈ ਵਿੰਡੋ ਵਿੱਚ ਹਮੇਸ਼ਾ ਮਾਊਸ 'ਤੇ ਕਲਿੱਕ ਕੀਤਾ ਐਪ ਖੁੱਲ੍ਹ ਜਾਂਦੀ ਆ ਬਟ ਜਿਹੜੀ ਲਾਈਨਕਸ ਹੋ ਗਿਆ ਯੂਨਿਕਸ ਆਪਰੇਟਿੰਗ ਸਿਸਟਮ ਹੋ ਜਾਂਦੇ ਇਹਨਾਂ ਵਿੱਚ ਐਪਸ ਹੀ ਤੁਸੀਂ ਖੋਲੋਗੇ ਸਟੂਡੈਂਟ ਕੋਈ ਵੀ ਐਪ ਨਾਲ ਕੰਮ ਕਰਨਾ ਤੁਸੀਂ ਮਾਊਸ ਤੁਹਾਨੂੰ ਨਹੀਂ ਮਿਲੇਗਾ ਤੁਹਾਨੂੰ ਕਮਾਂਡ ਲਿਖਣੀਆਂ ਪੈਂਦੀਆਂ ਟਾਈਪ ਕਰਨੇ ਪੈਂਦੀਆਂ ਟਾਈਪ ਕਰਕੇ ਹੀ ਕਮਾਂਡ ਤੁਸੀਂ ਕੋਈ ਵੀ ਐਕਸ਼ਨ ਪਰਫਾਰਮ ਕਰ ਸਕਦੇ अदरवाइज एक्शन परफॉर्म नहीं होंदा हैगा तो यूजर ने की करनी है कमांड टाइप करनियां ने टर्मिनल दे विच एंड दे कैन क्रिएट ए टेक्स्ट फाइल कंटेनिंग ए सीरीज ऑफ कमांड दैट कैन बी सेंट टू द शैल तो वो जिहड़ियां मतलब एक फाइल बन जाती है ਉਹਦੀ ठीक है वो फाइल किहनूं भेज दित्ती जाती है शैल नूं भेज दित्ती जाती है जिहड़े सीरीज ऑफ कमांड आर कॉल्ड शैल स्क्रिप्ट नूं की बोलदे आ कमांड्स नूं दी सीरीज नूं शैल स्क्रिप्ट बोलदे आ बिसाइड बीइंग ए कमांड इंटरप्रेटर शैल इज आल्सो प्रोग्रामिंग लैंग्वेज आल्सो एज ए प्रोग्रामिंग लैंग्वेज इट परमिट्स you to control how and when command are carried out ਤੇ ਇਹ ਵੀ ਕੰਟਰੋਲ ਕਰਦਾ ਕਿ ਤੁਸੀਂ ਕਿਵੇਂ ਤੇ ਕਦੋਂ ਕਮਾਂਡਸ ਨੂੰ कैरी आउट करना गा तो वो रिस्पॉन्सिबिलिटी भी यही ही होंगी है शैल की नैक्सट है जी टूल्स एंड एप्लीकेशनस ये आप नैक्सट वीडियो में डिस्कस करते हैं 3 ये मतलब अपने डिस्कस कर लिए जो मेन कंपोनेंट्स ने अलग कंपोनेंट नैक्सट वीडियो डिस्कस करते हैं थैंक यू सो मच फॉर वॉचिंग माई वीडियो